ਬਜਟ ਸੈਸ਼ਨ ਦੇ ਵਿੱਚ ਹਾਜ਼ਰ ਹੋਣ ਨੂੰ ਲੈ ਕੇ ਸਾਂਸਦ ਅੰਮ੍ਰਿਤਪਾਲ ਸਿੰਘ ਨੇ ਮੁੜ ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ। ਅੰਮ੍ਰਿਤਪਾਲ ਸਿੰਘ ਦੇ ਵਕੀਲਾਂ ਮੁਤਾਬਕ ਉਹਨਾਂ ਦਾ ਸੰਸਦ ਦੇ ਇਸ ਬਜਟ ਇਜਲਾਸ ਦੇ ਵਿੱਚ ਹਾਜ਼ਰ ਹੋਣਾ ਜ਼ਰੂਰੀ ਹੈ। ਜੇਕਰ ਅੰਮ੍ਰਿਤਪਾਲ ਸਿੰਘ ਸੈਸ਼ਨ ਦੇ ਵਿੱਚ ਇੱਕ ਵਾਰ ਵੀ ਹਾਜ਼ਰ ਨਾ ਹੋਏ ਤਾਂ ਲਗਾਤਾਰ 60 ਗੈਰ ਹਾਜ਼ਰੀਆਂ ਤੋਂ ਬਾਅਦ ਉਹਨਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਹੋ ਸਕਦੀ ਹੈ। ਇਸੇ ਖਤਰੇ ਦਰਮਿਆਨ ਅੰਮ੍ਰਿਤਪਾਲ ਸਿੰਘ ਵੱਲੋਂ ਚਿੱਠੀ ਦੇ ਜ਼ਰੀਏ ਪਹਿਲਾਂ ਲੋਕ ਸਭਾ ਸਪੀਕਰ ਤੋਂ ਇਜਾਜ਼ਤ ਮੰਗੀ ਗਈ ਸੀ। ਸੁਣਵਾਈ ਦੇ ਦੌਰਾਨ ਹਾਈ ਕੋਰਟ ਨੇ ਸੰਸਦ ਦੀ ਕਮੇਟੀ ਔਨ ਐਬਸੈਂਸ ਆਫ ਮੈਂਬਰ ਪਾਰਲੀਮੈਂਟ ਤੋਂ ਲੀਵ ਲਈ ਐਬਸੈਂਸ ਬਾਰੇ ਜਾਣਕਾਰੀ ਮੰਗੀ ਹੈ, ਜਿਸ ਦੇ ਤਹਿਤ ਸੰਬੰਧਿਤ ਧਿਰ ਨੂੰ 25 फरवरी तक ਦਾ ਸਮਾਂ ਦਿੱਤਾ ਗਿਆ है। कई गई पिटीशन की आज सुनवाई हुई। सुनवाई के दौरान उनके वकील ने कहा कि क्योंकि वो इलेक्टेड मेंबर पार्लियामेंट है और वो डिटेंशन में भी है नेशनल सिक्योरिटी एक्ट में, तो उन्होंने अपने लोकसभा में उन्होंने एक एप्लीकेशन मूव की है फॉर ग्रांट ऑफ लीव ऑफ एब्सेंस। तो उन्होंने बताया कि उनके 60 दिन के म्याद के कुछ दिन बचे हैं और उनकी लीव एप्लीकेशन वहां पे भी पेंडिंग है। जो कम्युनिकेशन उन्होंने लोकसभा की जो पिटीशन में के साथ में लगाई थी, तो उसके मुताबिक लोकसभा सेक्रेटेरिएट ने उनको बताया था कि उनकी एप्लीकेशन उनको मिल गई है और जब भी कमेटी कॉन्स्टिट्यूट होगी लोकसभा की, उस कमेटी के सामने रख दिया जाएगा। कानून के हिसाब से, लोकसभा रूल्स के हिसाब से कोई भी मेंबर पार्लियामेंट अगर किसी भी कारण लोकसभा का सेशन अटेंड नहीं कर सकता है तो वो एक एप्लीकेशन मूव कर सकते हैं और ये एप्लीकेशन एक लोकसभा की कमेटी है जिसके सामने जाती है, वो उसको उस पर गौर करती है, उस पर कंसिडर करती है और अपनी रिकमेंडेशंस लोकसभा को भेजती है। तो वो कमेटी उस टाइम तक, जब तक उनको लेटर आई थी, तब तक वो कॉन्स्टिट्यूट नहीं हुई थी। तो कोर्ट ने दोनों साइड्स की बहस सुनने के बाद कोर्ट ने हमें डायरेक्शन दी है कि आप ये पता लगाइए कि जो कमेटी कॉन्स्टिट्यूट होनी थी ऐसी एप्लीकेशंस को कंसिडर करने के लिए, वो कॉन्स्टिट्यूट हो गई है कि नहीं हुई है। तो हम लोग अब मंगलवार को कोर्ट को वो ये बताएंगे कि वो कमेटी कॉन्स्टिट्यूट हो चुकी है कि नहीं हुई। 18ਵੀਂ ਲੋਕ ਸਭਾ ਦੇ ਪਹਿਲੇ 3 ਸੈਸ਼ਨ ਦਰਮਿਆਨ 46 ਬੈਠਕਾਂ ਹੋ ਚੁੱਕੀਆਂ ਨੇ, ਜਿਸ ਦੇ ਵਿੱਚ ਇੱਕ ਵਾਰ ਵੀ ਅੰਮ੍ਰਿਤਪਾਲ ਸਿੰਘ ਹਾਜ਼ਰ ਨਹੀਂ ਹੋ ਸਕੇ। ਇਸ ਵਾਰ ਦੇ ਬਜਟ ਸੈਸ਼ਨ ਦੇ ਦੌਰਾਨ ਲੋਕ ਸਭਾ ਦਾ ਚੌਥਾ ਸੈਸ਼ਨ 31 ਜਨਵਰੀ ਤੋਂ ਹੋਇਆ, ਜਿਸ ਦਾ ਪਹਿਲਾ ਪਾਰਟ 13 ਫਰਵਰੀ ਨੂੰ ਖਤਮ ਹੋ ਚੁੱਕਿਆ ਹੈ, ਜਦਕਿ ਦੂਜਾ 10 ਮਾਰਚ ਤੋਂ 4 ਅਪ੍ਰੈਲ ਤੱਕ ਚੱਲੇਗਾ। ਬਜਟ ਸੈਸ਼ਨ ਦੇ ਦੌਰਾਨ ਕੁੱਲ 32 ਬੈਠਕਾਂ ਹੋਣਗੀਆਂ ਅਤੇ 18ਵੀਂ ਲੋਕ ਸਭਾ ਦੇ ਕੁੱਲ 4 ਸੈਸ਼ਨਾਂ ਦੀਆਂ ਸਾਰੀਆਂ ਬੈਠਕਾਂ ਨੂੰ ਜੋੜਿਆ ਜਾਵੇ ਤਾਂ ਇਹ 78 ਬਣਦੀਆਂ ਨੇ। ਲੋਕ ਸਭਾ ਦੇ ਨਿਯਮਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਪਾਲ ਸਿੰਘ ਦਾ 60 ਬੈਠਕਾਂ ਤੋਂ ਘੱਟੋ-ਘੱਟ ਇੱਕ ਦੇ ਵਿੱਚ ਹਾਜ਼ਰ ਰਹਿਣਾ ਜ਼ਰੂਰੀ ਹੈ। ਜੇਕਰ ਉਹਨਾਂ ਨੂੰ ਹਾਈ ਕੋਰਟ ਤੋਂ ਸੈਸ਼ਨ ਦੇ ਵਿੱਚ ਹਾਜ਼ਰ ਹੋਣ ਦੀ ਇਜਾਜ਼ਤ ਨਹੀਂ ਮਿਲਦੀ ਤਾਂ ਲੋਕ ਸਭਾ ਮੈਂਬਰਸ਼ਿਪ ਰੱਦ ਹੋ ਜਾਵੇਗੀ। ਪਰ ਸਦਨ ਦੇ ਦੂਜੇ ਨਿਯਮਾਂ ਦੇ ਮੁਤਾਬਕ ਜੇਕਰ ਅੰਮ੍ਰਿਤਪਾਲ ਸਿੰਘ ਨੂੰ ਕਮੇਟੀ ਔਨ ਐਬਸੈਂਸ ਆਫ ਮੈਂਬਰ ਪਾਰਲੀਮੈਂਟ ਤੋਂ ਲੀਵ ਆਫ ਐਬਸੈਂਸ ਦੀ ਇਜਾਜ਼ਤ ਮਿਲਦੀ ਹੈ ਤਾਂ ਸੰਸਦ ਦੇ ਵਜੋਂ ਉਹਨਾਂ ਦੀ ਕੁਰਸੀ ਬਚੀ ਰਹੇਗੀ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼। ਬਜਟ ਸੈਸ਼ਨ ਦੇ ਵਿੱਚ ਹਾਜ਼ਰ ਹੋਣ ਨੂੰ ਲੈ ਕੇ ਸਾਂਸਦ ਅੰਮ੍ਰਿਤਪਾਲ ਸਿੰਘ ਨੇ ਮੁੜ ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ। ਅੰਮ੍ਰਿਤਪਾਲ ਸਿੰਘ ਦੇ ਵਕੀਲਾਂ ਮੁਤਾਬਕ ਉਹਨਾਂ ਦਾ ਸੰਸਦ ਦੇ ਇਸ ਬਜਟ ਇਜਲਾਸ ਦੇ ਵਿੱਚ ਹਾਜ਼ਰ ਹੋਣਾ ਜ਼ਰੂਰੀ ਹੈ। ਜੇਕਰ ਅੰਮ੍ਰਿਤਪਾਲ ਸਿੰਘ ਸੈਸ਼ਨ ਦੇ ਵਿੱਚ ਇੱਕ ਵਾਰ ਵੀ ਹਾਜ਼ਰ ਨਾ ਹੋਏ ਤਾਂ ਲਗਾਤਾਰ 60 ਗੈਰ ਹਾਜ਼ਰੀਆਂ ਤੋਂ ਬਾਅਦ ਉਹਨਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਹੋ ਸਕਦੀ ਹੈ। ਇਸੇ ਖਤਰੇ ਦਰਮਿਆਨ ਅੰਮ੍ਰਿਤਪਾਲ ਸਿੰਘ ਵੱਲੋਂ ਚਿੱਠੀ ਦੇ ਜ਼ਰੀਏ ਪਹਿਲਾਂ ਲੋਕ ਸਭਾ ਸਪੀਕਰ ਤੋਂ ਇਜਾਜ਼ਤ ਮੰਗੀ ਗਈ ਸੀ। ਸੁਣਵਾਈ ਦੇ ਦੌਰਾਨ ਹਾਈ ਕੋਰਟ ਨੇ ਸੰਸਦ ਦੀ ਕਮੇਟੀ ਔਨ ਐਬਸੈਂਸ ਆਫ ਮੈਂਬਰ ਪਾਰਲੀਮੈਂਟ ਤੋਂ ਲੀਵ ਲਈ ਐਬਸੈਂਸ ਬਾਰੇ ਜਾਣਕਾਰੀ ਮੰਗੀ ਹੈ, ਜਿਸ ਦੇ ਤਹਿਤ ਸੰਬੰਧਿਤ ਧਿਰ ਨੂੰ 25 फरवरी तक ਦਾ ਸਮਾਂ ਦਿੱਤਾ ਗਿਆ है। कई गई पिटीशन की आज सुनवाई हुई। सुनवाई के दौरान उनके वकील ने कहा कि क्योंकि वो इलेक्टेड मेंबर पार्लियामेंट है और वो डिटेंशन में भी है नेशनल सिक्योरिटी एक्ट में, तो उन्होंने अपने लोकसभा में उन्होंने एक एप्लीकेशन मूव की है फॉर ग्रांट ऑफ लीव ऑफ एब्सेंस। तो उन्होंने बताया कि उनके 60 दिन के म्याद के कुछ दिन बचे हैं और उनकी लीव एप्लीकेशन वहां पे भी पेंडिंग है। जो कम्युनिकेशन उन्होंने लोकसभा की जो पिटीशन में के साथ में लगाई थी, तो उसके मुताबिक लोकसभा सेक्रेटेरिएट ने उनको बताया था कि उनकी एप्लीकेशन उनको मिल गई है और जब भी कमेटी कॉन्स्टिट्यूट होगी लोकसभा की, उस कमेटी के सामने रख दिया जाएगा। कानून के हिसाब से, लोकसभा रूल्स के हिसाब से कोई भी मेंबर पार्लियामेंट अगर किसी भी कारण लोकसभा का सेशन अटेंड नहीं कर सकता है तो वो एक एप्लीकेशन मूव कर सकते हैं और ये एप्लीकेशन एक लोकसभा की कमेटी है जिसके सामने जाती है, वो उसको उस पर गौर करती है, उस पर कंसिडर करती है और अपनी रिकमेंडेशंस लोकसभा को भेजती है। तो वो कमेटी उस टाइम तक, जब तक उनको लेटर आई थी, तब तक वो कॉन्स्टिट्यूट नहीं हुई थी। तो कोर्ट ने दोनों साइड्स की बहस सुनने के बाद कोर्ट ने हमें डायरेक्शन दी है कि आप ये पता लगाइए कि जो कमेटी कॉन्स्टिट्यूट होनी थी ऐसी एप्लीकेशंस को कंसिडर करने के लिए, वो कॉन्स्टिट्यूट हो गई है कि नहीं हुई है। तो हम लोग अब मंगलवार को कोर्ट को वो ये बताएंगे कि वो कमेटी कॉन्स्टिट्यूट हो चुकी है कि नहीं हुई। 18ਵੀਂ ਲੋਕ ਸਭਾ ਦੇ ਪਹਿਲੇ 3 ਸੈਸ਼ਨ ਦਰਮਿਆਨ
46 ਬੈਠਕਾਂ ਹੋ ਚੁੱਕੀਆਂ ਨੇ, ਜਿਸ ਦੇ ਵਿੱਚ ਇੱਕ ਵਾਰ ਵੀ ਅੰਮ੍ਰਿਤਪਾਲ ਸਿੰਘ ਹਾਜ਼ਰ ਨਹੀਂ ਹੋ ਸਕੇ। ਇਸ ਵਾਰ ਦੇ ਬਜਟ ਸੈਸ਼ਨ ਦੇ ਦੌਰਾਨ ਲੋਕ ਸਭਾ ਦਾ ਚੌਥਾ ਸੈਸ਼ਨ 31 ਜਨਵਰੀ ਤੋਂ ਹੋਇਆ, ਜਿਸ ਦਾ ਪਹਿਲਾ ਪਾਰਟ 13 ਫਰਵਰੀ ਨੂੰ ਖਤਮ ਹੋ ਚੁੱਕਿਆ ਹੈ, ਜਦਕਿ ਦੂਜਾ 10 ਮਾਰਚ ਤੋਂ 4 ਅਪ੍ਰੈਲ ਤੱਕ ਚੱਲੇਗਾ। ਬਜਟ ਸੈਸ਼ਨ ਦੇ ਦੌਰਾਨ ਕੁੱਲ 32 ਬੈਠਕਾਂ ਹੋਣਗੀਆਂ ਅਤੇ 18ਵੀਂ ਲੋਕ ਸਭਾ ਦੇ ਕੁੱਲ 4 ਸੈਸ਼ਨਾਂ ਦੀਆਂ ਸਾਰੀਆਂ ਬੈਠਕਾਂ ਨੂੰ ਜੋੜਿਆ ਜਾਵੇ ਤਾਂ ਇਹ 78 ਬਣਦੀਆਂ ਨੇ। ਲੋਕ ਸਭਾ ਦੇ ਨਿਯਮਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਪਾਲ ਸਿੰਘ ਦਾ 60 ਬੈਠਕਾਂ ਚੋਂ ਘੱਟੋ-ਘੱਟ ਇੱਕ ਦੇ ਵਿੱਚ ਹਾਜ਼ਰ ਰਹਿਣਾ ਜ਼ਰੂਰੀ ਹੈ। ਜੇਕਰ ਉਹਨਾਂ ਨੂੰ ਹਾਈ ਕੋਰਟ ਤੋਂ ਸੈਸ਼ਨ ਦੇ ਵਿੱਚ ਹਾਜ਼ਰ ਹੋਣ ਦੀ ਇਜਾਜ਼ਤ ਨਹੀਂ ਮਿਲਦੀ ਤਾਂ ਲੋਕ ਸਭਾ ਮੈਂਬਰਸ਼ਿਪ ਰੱਦ ਹੋ ਜਾਵੇਗੀ। ਪਰ ਸਦਨ ਦੇ ਦੂਜੇ ਨਿਯਮਾਂ ਦੇ ਮੁਤਾਬਕ ਜੇਕਰ ਅੰਮ੍ਰਿਤਪਾਲ ਸਿੰਘ ਨੂੰ ਕਮੇਟੀ ਔਨ ਐਬਸੈਂਸ ਆਫ ਮੈਂਬਰ ਪਾਰਲੀਮੈਂਟ ਤੋਂ ਲੀਵ ਆਫ ਐਬਸੈਂਸ ਦੀ ਇਜਾਜ਼ਤ ਮਿਲਦੀ ਹੈ ਤਾਂ ਸੰਸਦ ਦੇ ਵਜੋਂ ਉਹਨਾਂ ਦੀ ਕੁਰਸੀ ਬਚੀ ਰਹੇਗੀ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼।